ਹੈਲੋ ਸਟੂਡੈਂਟਸ, ਪਹਿਲਾਂ ਆਪਾਂ 9 ਐਗਜ਼ਾਮਪਲ ਕਰ ਚੁੱਕੇ ਹਾਂ। ਹੁਣ ਆਪਾਂ 10th ਐਗਜ਼ਾਮਪਲ ਕਰਾਂਗੇ। 10th ਦੇ ਵਿੱਚ ਬੱਚੇ ਆਪਾਂ ਨੂੰ ਦਿੱਤਾ ਹੋਇਆਗਾ ਵੀ ਆਪਾਂ ਪ੍ਰੂਫ ਕਰਨਾਗਾ ਸਮ ਆਫ ਕਿਊਬਸ ਆਫ 3 ਕੰਜ਼ੈਕਟਿਵ ਨੈਚੁਰਲ ਨੰਬਰ ਇਜ਼ ਡਿਵੀਜ਼ੀਬਲ ਬਾਏ 9। ਕੰਜ਼ੈਕਟਿਵ ਮੀਨਸ ਆਪਾਂ ਲਗਾਤਾਰ 3 ਨੰਬਰ ਲੈਣੇ ਹੁੰਦੇ ਨੇ ਅਤੇ ਉਹਨਾਂ ਦਾ ਸਮ ਕੀ ਹੋਣਾ ਚਾਹੀਦਾ, ਉਹਨਾਂ ਦੀ ਕਿਊਬ ਦਾ ਡਿਵੀਜ਼ੀਬਲ ਹੋਣਾ ਚਾਹੀਦਾ ਬਾਏ 9 ਨਾਲ। ਤਾਂ ਕੇਸ 1 ਕਰਦੇ ਹਾਂ ਆਪਾਂ। P1 ਮਤਲਬ n ਦੀ ਵੈਲਿਊ 1 1 2 3 ਆਪਣੇ ਕੋਲੇ ਤਿੰਨਾਂ ਦਾ ਕਿਊਬ ਆ ਜਾਏਗਾ। ਐਡ ਕਰੋਗੇ 36 ਆਵੇਗਾ। ਸੋ ਇਜ਼ ਡਿਵੀਜ਼ੀਬਲ ਬਾਏ 9 ਮਤਲਬ ਆਪਣਾ ਕੇਸ P1 ਲਈ ਕੀ ਹੋਵੇਗਾ, ਟਰੂ ਹੋਵੇਗਾ। ਸਿਮਿਲਰਲੀ ਆਪਾਂ n ਇਕੁਅਲ ਟੂ k ਦੇ ਲਈ ਕੇਸ ਟਰੂ ਮੰਨ ਕੇ ਚੱਲਦੇ ਹੁੰਦੇ ਆ। ਤਾਂ ਆਪਣੇ ਕੋਲੇ 3 ਕੰਜ਼ੈਕਟਿਵ ਨੰਬਰਸ ਆਉਣਗੇ। k ਦਾ ਕਿਊਬ, k+1 ਕਿਊਬ, k+2 ਦਾ ਕਿਊਬ ਇਜ਼ ਡਿਵੀਜ਼ੀਬਲ ਬਾਏ 9। ਤਾਂ ਆਪਾਂ ਕਿਹਦੇ ਨਾਲ ਡਿਵੀਜ਼ੀਬਲ ਕਰ ਰਹੇ ਹਾਂ, 9 ਨਾਲ। ਸੋ ਇਹ ਪੂਰੀ ਦੀ ਪੂਰੀ ਇਕੁਏਸ਼ਨ ਇਕੁਅਲ ਟੂ 9m ਦੇ ਰੱਖਾਂਗੇ। ਤਾਂ ਉਸ ਤੋਂ ਬਾਅਦ ਕੇਸ 3 ਦੇ ਵਿੱਚ ਬੱਚੇ ਆਪਾਂ ਉਸੇ ਤਰ੍ਹਾਂ k+1 ਪੁੱਟ ਕਰਨਾਗਾ। ਤਾਂ ਆਪਾਂ ਸਾਰੇ ਕਿਤੇ k+1 ਪੁੱਟ ਕਰਾਂਗੇ। ਤਾਂ ਉਸ ਨਾਲ ਕੀ ਆਵੇਗਾ, k+1 k+2 ਦਾ ਕਿਊਬ, k+3 ਦਾ ਕਿਊਬ। ਤਾਂ ਇਹਨੂੰ ਲਿਖਣ ਤੋਂ ਬਾਅਦ k+1 k+2 ਐਜ਼ ਇਟ ਰੱਖਣਾਗਾ। k+3 ਦਾ ਕਿਊਬ ਇਹਨੂੰ ਆਪਾਂ ਸੋਲਵ ਕਰਨਾਗਾ। ਇਹਦੇ ਲਈ ਆਪਣੇ ਕੋਲੇ ਫਾਰਮੂਲਾ ਹੁੰਦਾਗਾ a+b ਪੂਰੇ ਦਾ ਕਿਊਬ। ਸੋ ਆਹ ਵਾਲਾ ਫਾਰਮੂਲਾ ਇੱਥੇ ਅਪਲਾਈ ਹੋਇਆਗਾ। ਤਾਂ ਇਹ ਫਾਰਮੂਲਾ ਅਪਲਾਈ ਕਰਨ ਤੋਂ ਬਾਅਦ ਆਪਣੇ ਕੋਲੇ ਇਕੁਏਸ਼ਨ ਬਣ ਜਾਏਗੀ ਇਸ ਤਰ੍ਹਾਂ ਦੀ। ਉਦੋਂ ਬਾਅਦ ਆਪਾਂ ਕੀ ਕਰਨਾਗਾ, ਇਹਦੇ ਵਿੱਚੋਂ k+3 ਨੂੰ ਐਂਡ k+1 k+2 ਨੂੰ ਐਜ਼ ਇਟ ਰੱਖਾਂਗੇ ਇਹਨਾਂ ਦੀ ਕਿਊਬ ਉੱਪਰ। ਅਤੇ ਪਿਛਲੇ ਵਾਲੀ ਦੇ ਵਿੱਚੋਂ 9 ਨੂੰ ਕੋਮਨ ਬਾਹਰ ਕੱਢ ਕੇ ਲਿਖਾਂਗੇ। ਉਸ ਤੋਂ ਬਾਅਦ 9 ਆਪਣੇ ਕੋਲੇ ਕੀ ਆਵੇਗਾ, ਕੋਮਨ ਬਾਹਰ ਆ ਜਾਏਗਾ। ਤਾਂ ਉਦੋਂ ਬਾਅਦ ਕੀ ਕਰਨਾ ਬੱਚੇ, ਆਪਾਂ ਨੂੰ ਉੱਪਰ ਕੀ ਦਿੱਤਾ ਹੋਇਆ ਸੀ 1 ਦੇ ਵਿੱਚ, ਦੇਖੋ 1 ਦੇ ਵਿੱਚ ਆਪਾਂ ਨੂੰ ਕੀ ਦਿੱਤੀ ਹੋਈ ਸੀ, ਪੂਰੀ ਦੀ ਪੂਰੀ ਇਕੁਏਸ਼ਨ ਇਕੁਅਲ ਟੂ 9m ਦਿੱਤੀ ਹੋਈ ਸੀ। ਤਾਂ ਇੱਥੇ ਵੀ ਆਪਾਂ ਪੂਰੀ ਦੀ ਪੂਰੀ ਇਕੁਏਸ਼ਨ ਦੀ ਵੈਲਿਊ 9m ਪੁੱਟ ਕਰਾਂਗੇ ਅਤੇ ਨਾਲ ਵਾਲੀ ਇਕੁਏਸ਼ਨ ਐਜ਼ ਇਟ ਰਹੇਗੀ। ਤਾਂ ਦੋਨਾਂ ਦੇ ਵਿੱਚ ਦੇਖੋ 9 ਆ ਰਿਹਾ, 9 ਕੋਮਨ ਬਾਹਰ ਨਿਕਲੇਗਾ। ਉਸ ਤੋਂ ਬਾਅਦ ਦੂਸਰੇ ਵਾਲੇ ਜਿਹੜੇ ਨੰਬਰਸ ਰਹਿ ਜਾਣਗੇ ਉਹ ਆਪਾਂ ਬਰੈਕਟ ਦੇ ਵਿੱਚ ਪੁੱਟ ਕਰ ਦਾਂਗੇ। ਤਾਂ ਜਿਹੜੀ ਹੁਣ ਆਪਣੇ ਕੋਲੇ ਟਰਮ ਆਈ ਆ ਇਹ ਵੀ ਡਿਵੀਜ਼ੀਬਲ ਆ ਬਾਏ 9 ਨਾਲ। ਸੋ ਆਪਣਾ ਕੇਸ k+1 ਲਈ ਟਰੂ ਆ। ਇਸ ਤਰ੍ਹਾਂ ਆਪਣਾ ਸਮ ਕੀ ਆ, ਟਰੂ ਆ ਬਾਏ ਮੈਥੇਮੈਟੀਕਲੀ ਇੰਡਕਸ਼ਨਸ ਨਾਲ। ਨਾਓ ਵੀ ਡਿਸਕਸ ਐਗਜ਼ਾਮਪਲ 11 ਦੇ ਵਿੱਚ ਦੇਖੋ ਬੱਚੇ ਆਪਾਂ ਨੂੰ ਕੀ ਦਿੱਤਾ ਹੋਇਆਗਾ, 3 2n ਵੈਨ ਡਿਵਾਈਡਡ ਬਾਏ 8 ਨਾਲ ਡਿਵਾਈਡ ਹੋਣ ਤੋਂ ਬਾਅਦ ਕਹਿੰਦੇ ਆਪਣੇ ਕੋਲੇ ਰਿਮਾਈਂਡਰ ਕੀ ਬਚਣਾ ਚਾਹੀਦਾਗਾ, 1। ਮਤਲਬ ਆਪਾਂ 3n ਨੂੰ ਕਿਹਦੇ ਇਕੁਅਲ ਰੱਖਾਂਗੇ, 8m। 8 ਨਾਲ ਡਿਵਾਈਡ ਹੋ ਰਹੀ ਸੀ ਅਤੇ 1 ਕੀ ਬਚ ਰਿਹਾ ਸੀ, ਰਿਮਾਈਂਡਰ ਬਚ ਰਿਹਾ ਸੀ। ਉਸ ਤੋਂ ਬਾਅਦ ਦੇਖੋ ਅਗਲੇ ਪੇਜ 'ਤੇ ਉਸੇ ਤਰ੍ਹਾਂ n ਦੀ ਵੈਲਿਊ 1 ਪੁੱਟ ਕਰਨੀ ਆ ਆਪਾਂ। 1 ਲਈ ਕੇਸ ਟਰੂ ਹੋਵੇਗਾ। ਨਾਓ ਆਪਾਂ n ਦੀ ਵੈਲਿਊ k ਪੁੱਟ ਕਰਾਂਗੇ, ਉਹ ਐਜ਼ ਇਟ ਛੱਡ ਦੇਣੀ ਆ ਪੁੱਟ ਕਰਕੇ। ਇਹਦੇ ਲਈ ਆਪਾਂ ਸਪੋਜ਼ ਕਰਕੇ ਚੱਲਦੇ ਹੁੰਦੇ ਆ ਵੀ ਕੇਸ ਕੀ ਆ ਆਪਣਾ, ਟਰੂ ਆ। ਇਸ ਨੂੰ ਆਪਾਂ ਕੀ ਨੇਮ ਦਿੱਤਾ, 1 ਇਕੁਏਸ਼ਨ ਦਾ ਨੇਮ ਦਿੱਤਾ। ਨੈਕਸਟ k ਦੀ ਜਗ੍ਹਾ 'ਤੇ k+1 ਪੁੱਟ ਕਰਨਾਗਾ। ਤਾਂ ਇੱਥੇ ਦੇਖੋ ਆਪਣੇ ਕੋਲ 3 2k ਦੀ ਜਗ੍ਹਾ 'ਤੇ ਕੀ ਪੁੱਟ ਕਰਾਂਗੇ, 3 2k+1। ਤਾਂ 2 ਨੂੰ ਦੋਨਾਂ ਨਾਲ ਮਲਟੀਪਲਾਈ ਕਰਾਂਗੇ k ਐਂਡ k+1 ਨਾਲ। ਤਾਂ ਆਪਣੇ ਕੋਲੇ ਕੀ ਆਵੇਗਾ, 2k ਅਤੇ 2 ਦੋਨਾਂ ਨੂੰ ਅਲੱਗ-ਅਲੱਗ ਕਰਕੇ ਲਿਖ ਦਾਂਗੇ। ਉਦੋਂ ਬਾਅਦ ਆਪਾਂ ਨੂੰ 1 ਦੇ ਵਿੱਚ 3 2k ਦੀ ਵੈਲਿਊ ਦਿੱਤੀ ਹੋਈ ਸੀ ਇਕੁਏਸ਼ਨ 1 ਤੋਂ, ਉਹ ਆਪਾਂ 8m+1 ਪੁੱਟ ਕੀਤੀ ਮਲਟੀਪਲਾਈ ਬਾਏ 3 ਦੀ ਸਕੇਅਰ 9। ਤਾਂ ਉਸ ਤੋਂ ਬਾਅਦ ਕੀ ਕੀਤਾ, 9 ਦੀ ਮਲਟੀਪਲਾਈ ਕੀਤੀ ਇਸ ਇਕੁਏਸ਼ਨ ਦੇ ਨਾਲ। ਇਸ ਇਕੁਏਸ਼ਨ ਨਾਲ ਮਲਟੀਪਲਾਈ ਕਰਨ ਤੋਂ ਬਾਅਦ 9 ਨੂੰ ਆਪਾਂ 2 ਪਾਰਟਸ ਦੇ ਵਿੱਚ ਬ੍ਰੇਕ ਕੀਤਾ, 8+1। ਇਸ ਤੋਂ ਬਾਅਦ ਕੀ ਹੋਵੇਗਾ, 8 ਆਪਣੇ ਕੋਲੇ ਕੋਮਨ ਬਾਹਰ ਆ ਜਾਵੇਗਾ ਐਂਡ 1 ਐਜ਼ ਇਟ ਰਹਿ ਜਾਵੇਗਾ, 9m+1। ਤਾਂ ਆਪਾਂ 9m+1 ਨੂੰ ਕੀ ਪੁੱਟ ਕਰਾਂਗੇ, ਲੈਮਡਾ। ਤਾਂ ਇੱਥੇ ਕੀ ਆਵੇਗਾ, ਲੈਮਡਾ 8 ਲੈਮਡਾ +1। ਤਾਂ ਆਪਣਾ ਕੇਸ n ਇਕੁਅਲ ਟੂ k+1 ਲਈ ਵੀ ਕੀ ਹੈ, ਟਰੂ। ਹੈਂਸ ਐਗਜ਼ਾਮਪਲ ਹੋ ਜਾਏਗੀ। ਨੈਕਸਟ
12 ਐਗਜ਼ਾਮਪਲ ਕਰਨੀ ਆ ਬੱਚੇ। ਇਹ ਵੀ ਈਜ਼ੀ ਆ, ਹੋ ਜਾਏਗੀ। ਸਭ ਤੋਂ ਪਹਿਲਾਂ n ਦੀ ਜਗ੍ਹਾ ਤੇ ਕੀ ਪੁੱਟ ਕਰਨਾ ਹੁੰਦਾ ਆਪਾਂ 1, AB ਇਕੁਅਲ ਟੂ AB, ਰਿਜ਼ਲਟ ਟਰੂ। ਉਦੋਂ ਬਾਅਦ ਕੀ ਕਰਨਾ ਹੁੰਦਾ n ਇਕੁਅਲ ਟੂ k ਪੁੱਟ ਕਰਨਾ ਗਾ, n ਇਕੁਅਲ ਟੂ k ਦੇ ਲਈ ਰਿਜ਼ਲਟ ਟਰੂ ਮੰਨ ਕੇ ਚੱਲਣਾ। ਇਸ ਨੂੰ ਆਪਾਂ ਇਕੁਏਸ਼ਨ 1 ਦਾ ਨੇਮ ਦੇਣਾ ਗਾ। ਨੈਕਸਟ ਸਟੈਪ ਦੇ ਵਿੱਚ ਆਪਾਂ ਸਟੈਪ 3 ਦੇ ਵਿੱਚ n ਦੀ ਜਗ੍ਹਾ ਤੇ k ਪਲੱਸ 1, ਉਦੋਂ ਬਾਅਦ ਇਹਨੂੰ ਕੀ ਕੀਤਾ, ਉੱਪਰ ਵਾਲੀ ਪਾਵਰ ਨੂੰ ਬ੍ਰੇਕ ਕਰਤਾ, k ਵਾਲੀ ਨੂੰ ਅਲੱਗ ਕੀਤਾ, 1 ਵਾਲੀ ਨੂੰ AB ਨੂੰ ਅਲੱਗ ਕਰਤਾ। ਤਾਂ ਉਦੋਂ ਬਾਅਦ ਆਪਾਂ k ਦੀ ਪਾਵਰ ਨੂੰ a ਦੀ k, b ਦੀ k ਦੇ ਵਿੱਚ ਬ੍ਰੇਕ ਕੀਤਾ ਅਤੇ AB ਐਜ਼ ਇਟ ਨਾਲ ਰਹੇਗਾ। ਨੈਕਸਟ a ਦੀ k ਨੂੰ a ਨਾਲ ਰਿਪਲੇਸ ਕੀਤਾ, b ਦੀ k ਨੂੰ b ਨਾਲ। ਤਾਂ ਇੱਥੇ a ਦੀ 1 ਮਤਲਬ k ਪਲੱਸ 1 ਇਕੱਠੇ ਹੋ ਜਾਣਗੇ। ਉਸੇ ਤਰ੍ਹਾਂ b ਦੀ k ਪਲੱਸ 1 ਵੀ ਕੀ ਹੋ ਜਾਣਗੇ ਆਪਣੇ ਕੋਲ, ਇਕੱਠੇ ਹੋ ਜਾਣਗੇ। ਤਾਂ ਆਪਣਾ ਕੇਸ n ਇਕੁਅਲ ਟੂ k ਪਲੱਸ 1 ਲਈ ਵੀ ਕੀ ਹੋ ਜਾਏਗਾ, ਟਰੂ ਹੋ ਜਾਏਗਾ। ਤਾਂ ਹੈਂਸ ਆਪਣੇ ਕੋਲੇ ਪ੍ਰਿੰਸੀਪਲ ਆਫ ਮੈਥਮੈਟੀਕਲ ਇੰਡਕਸ਼ਨ ਨਾਲ Pn ਇਜ਼ ਟਰੂ। ਨੈਕਸਟ ਐਗਜ਼ਾਮਪਲ 'ਚ ਦੇਖੋ ਬੱਚੇ, ਆਪਾਂ ਨੂੰ ਵੈਲਿਊਜ਼ ਦਿੱਤੀਆਂ, Pn ਦੀ ਸਟੇਟਮੈਂਟ ਦਿੱਤੀ ਹੋਈ ਆ, ਉਹ ਲਿਖਣੀ ਹੈ। ਆਪਾਂ ਕੀ ਸ਼ੋਅ ਕਰਨਾ ਗਾ ਆਪਾਂ ਵੀ ਜਿਹੜੀ ਆਪਣੇ ਕੋਲੇ ਇਹ ਸਾਈਡ ਆ ਲੈਸ ਦੈਨ ਹੋਣੀ ਚਾਹੀਦੀ ਹੈ ਦੂਸਰੇ ਵਾਲੀ ਨਾਲੋਂ। ਤਾਂ ਸਭ ਤੋਂ ਪਹਿਲਾਂ ਉਸੇ ਤਰ੍ਹਾਂ 1 ਲਈ ਕੇਸ ਕਰਾਂਗੇ, ਟਰੂ ਹੋ ਜਾਏਗਾ। k ਲਈ ਸਪੋਜ਼ ਕਰਕੇ ਚੱਲਣਾ ਗਾ ਅਤੇ ਐਂਡ k ਪਲੱਸ 1 ਲਈ ਆਪਾਂ ਕੀ ਹੈ ਇਹਨੂੰ ਪ੍ਰੂਫ ਕਰਨਾ ਗਾ। ਤਾਂ ਫਿਰ ਆਪਾਂ ਹੁਣ ਇੱਥੇ k ਪਲੱਸ 1 ਪੁੱਟ ਕਰਦੇ ਹੁੰਦੇ ਹਾਂ, ਜਿਵੇਂ ਪਹਿਲਾਂ ਵਾਲੇ ਸਟੈਪ ਦੇ ਵਿੱਚ ਪੁੱਟ ਕਰਦੇ ਆਏ ਹਾਂ ਆਪਾਂ। ਇੱਥੇ ਇਹਨਾਂ ਦਾ ਐਲਸੀਅਮ ਲੈ ਲੈਣਾ ਗਾ। ਐਲਸੀਅਮ ਲੈਣ ਤੋਂ ਬਾਅਦ ਅੱਗੇ ਦੇਖੋ ਬੱਚੇ, ਫਾਰਮੂਲਾ ਖੋਲ ਦੇਣਾ ਆਪਣੇ ਕੋਲੇ ਜੋ ਵੀ ਸੀ। ਨੈਕਸਟ 1/8 ਐਜ਼ ਇਟ ਰਹਿ ਜਾਏਗਾ ਅਤੇ ਇਹਨਾਂ ਨੂੰ ਅੰਦਰ ਵਾਲੀਆਂ ਟਰਮਾਂ ਨੂੰ ਕੀ ਕਰ ਦੇਣਾ ਗਾ, ਐਡ। ਜਿੱਦਾਂ 8 + 1 9, 4k ਨੂੰ 8k 'ਚ ਐਡ ਕਰਕੇ ਲਿਖ ਦੇਣਾ ਅਤੇ ਨਾਲ ਵਾਲੀ ਟਰਮ ਉਸੇ ਤਰ੍ਹਾਂ ਲਿਖਣੀ ਆ। ਤਾਂ ਹੁਣ ਇਹ ਫਾਰਮੂਲਾ ਆਪਣਾ ਫੇਰ ਬਣ ਰਿਹਾ ਗਾ a² b² + 2ab ਦਾ, ਪੂਰੇ ਦੀ ਹੋਲ ਸਕੇਅਰ। ਤਾਂ ਉਹ ਫਾਰਮੂਲਾ ਉਸੇ ਤਰ੍ਹਾਂ ਲਿਖ ਦੇਣਾ ਗਾ। ਉਦੋਂ ਬਾਅਦ 3 ਨੂੰ ਕੀ ਕਰਨਾ ਆਪਾਂ 1 + 2 ਦੇ ਵਿੱਚ ਬ੍ਰੇਕ ਕਰ ਦੇਣਾ। ਉਸ ਨਾਲ ਕੀ ਆ 2 ਕਾਮਨ ਬਾਹਰ ਆ ਜਾਏਗਾ ਆਪਣੇ ਕੋਲੇ, 1 ਉਸੇ ਤਰ੍ਹਾਂ ਰਹਿ ਜਾਏਗਾ ਐਂਡ ਉਹਦੀ ਸਕੇਅਰ। ਤਾਂ ਆਪਣੇ ਕੋਲੇ ਕੀ ਆ ਜਾਏਗੀ ਇੱਧਰ ਸਟੇਟਮੈਂਟ 1/8 2k + 1 + 1 ਪੂਰੇ ਦਾ ਸਕੇਅਰ। ਤਾਂ pk + 1 ਲਈ ਕੇਸ ਟਰੂ ਹੋ ਜਾਏਗਾ ਅਤੇ ਐਗਜ਼ਾਮਪਲ ਆਪਣੀ ਹੋ ਜਾਏਗੀ। ਨੈਕਸਟ ਐਗਜ਼ਾਮਪਲ ਦੇ ਵਿੱਚ ਦੇਖੋ ਆਪਾਂ ਨੂੰ ਕੀ ਦਿੱਤਾ ਹੋਇਆ ਗਾ, ਜੋ ਵੀ ਇਹ Pn ਦਿੱਤੀ ਹੋਈ ਆ ਆਪਾਂ ਨੂੰ ਇਹ ਡਿਵੀਜ਼ੀਬਲ ਹੋਣੀ ਚਾਹੀਦੀ ਆ ਬਾਏ 11 ਨਾਲ। ਤਾਂ ਆਪਾਂ ਸਭ ਤੋਂ ਪਹਿਲਾਂ ਉਸੇ ਤਰ੍ਹਾਂ 1 ਲਈ ਕੇਸ ਟਰੂ ਕਰਾਂਗੇ ਅਤੇ pk ਦੇ ਲਈ ਆਪਾਂ ਅਜ਼ਿਊਮ ਕਰਕੇ ਚੱਲਦੇ ਹਾਂ ਵੀ ਕੇਸ ਟਰੂ ਆ। ਤਾਂ ਇੱਥੇ ਆਪਾਂ ਇਹਨੂੰ ਕਿਸ ਨਾਲ ਡਿਵਾਈਡ ਹੋ ਰਿਹਾ ਇਹ 11 ਨਾਲ। ਤਾਂ ਇਹਨੂੰ ਆਪਾਂ ਕਿਹਦੇ ਬਰਾਬਰ ਰੱਖਾਂਗੇ, 11 m ਦੇ ਬਰਾਬਰ ਰੱਖਾਂਗੇ। ਇਸ ਨੂੰ ਨੇਮ 1 ਦਾ ਦੇਵਾਂਗੇ। ਉਦੋਂ ਬਾਅਦ ਦੇਖੋ n ਦੀ ਜਗ੍ਹਾ ਤੇ k + 1 ਪੁੱਟ ਕੀਤਾ ਆਪਾਂ, ਤਾਂ ਆਪਣੇ ਕੋਲੇ 2 ਨੂੰ ਮਲਟੀਪਲਾਈ ਕਰਾਂਗੇ, 2k - 1 ਵਾਲੀ ਟਰਮ ਅਲੱਗ ਕੀਤੀ ਅਤੇ 10 ਦੀ ਪਾਵਰ 2 ਵਾਲੀ ਅਲੱਗ ਕੀਤੀ, +1 ਉਸੇ ਤਰ੍ਹਾਂ ਰੱਖਿਆ ਆਪਾਂ। ਤਾਂ ਇੱਥੇ ਆਪਾਂ ਇਹਦੀ ਵੈਲਿਊ ਕੱਢਾਂਗੇ 1 ਇਕੁਏਸ਼ਨ ਦੇ ਵਿੱਚੋਂ। 1 ਦੇ ਵਿੱਚ ਦੇਖੋ ਆਪਣੇ ਕੋਲੇ 10 2k - 1 + 1 = 11 m। ਤਾਂ ਇੱਥੋਂ ਜਦੋਂ ਆਪਾਂ ਇਸ ਦੀ ਵੈਲਿਊ ਕੱਢਾਂਗੇ 10 ਵਾਲੀ ਇਕੁਏਸ਼ਨ ਦੀ ਕੀ ਆਵੇਗੀ, ਉਹ 11 m - 1। ਤਾਂ ਉਹ ਇੱਥੇ ਕੀ ਆ ਪੁੱਟ ਕਰਨੀ ਆ। 10² ਨਾਲ ਉਵੇਂ ਹੀ ਰਹੇਗਾ, +1 ਉੱਦਾਂ ਹੀ ਰਹੇਗਾ। 10 ਦੀ ਸਕੇਅਰ 100, ਇਹਨਾਂ ਨੂੰ ਸੋਲਵ ਕਰ ਲੈਣਾ ਗਾ। ਸੋਲਵ ਕਰਨ ਤੋਂ ਬਾਅਦ ਆਪਣੇ ਕੋਲੇ ਜੋ ਵੀ ਟਰਮ ਆਵੇਗੀ ਉਹ ਕੀ ਹੋਵੇਗੀ, ਡਿਵੀਜ਼ੀਬਲ ਬਾਏ 11। ਤਾਂ ਇਹ ਵੀ ਤੁਹਾਡੀ ਐਗਜ਼ਾਮਪਲ ਹੋ ਜਾਏਗੀ। ਨੈਕਸਟ ਵਾਲੀ ਐਗਜ਼ਾਮਪਲ ਫਿਲਹਾਲ ਨਹੀਂ ਕਰਨੀ ਗੀ ਕਿਉਂਕਿ ਆਪਾਂ ਟ੍ਰਿਗਨੋਮੈਂਟਰੀ ਵਾਲਾ ਚੈਪਟਰ ਹਲੇ ਨਹੀਂ ਕੀਤਾ ਗਾ। ਨੈਕਸਟ ਐਗਜ਼ਾਮਪਲ ਦੇਖੋ, ਨੈਕਸਟ ਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਪ੍ਰੂਫ ਦੈਟ ਪ੍ਰਿੰਸੀਪਲ ਆਫ ਮੈਥਮੈਟੀਕਲੀ ਇੰਡਕਸ਼ਨ, ਇਹ ਵਾਲੀ ਸਟੇਟਮੈਂਟ ਇਜ਼ ਨੈਚੁਰਲ ਨੰਬਰ ਆ ਫॉर ਆਲ n ਬਿਲੋਂਗਸ ਟੂ n। ਤਾਂ ਆਪਾਂ ਇਹ ਵਾਲੀ ਇਕੁਏਸ਼ਨ ਨੂੰ ਸਭ ਤੋਂ ਪਹਿਲਾਂ ਉਸੇ ਤਰ੍ਹਾਂ Pn ਦੇ ਵਿੱਚ ਲੈ ਕੇ ਚੱਲਾਂਗੇ। ਉਸੇ ਤਰ੍ਹਾਂ ਆਪਾਂ ਕੇਸ 1 ਦੇ ਲਈ ਪ੍ਰੂਫ ਕਰਾਂਗੇ। ਕੇਸ 1 ਲਈ ਪ੍ਰੂਫ ਹੋ ਜਾਏਗਾ ਈਜ਼ੀ।
ਨੈਕਸਟ ਆਪਾਂ n = k ਦੇ ਲਈ ਅਸਿਊਮ ਕਰਕੇ ਚੱਲਾਂਗੇ ਵੀ ਇਹ ਕੇਸ ਕੀ ਆਪਣੇ ਟਰੂ ਆ। ਨੈਕਸਟ ਦੇ ਸਟੈਪ 3 ਦੇ ਵਿੱਚ ਆਪਾਂ ਕੀ ਕਰਨਾ ਹੁੰਦਾ, k+1 ਲਈ ਕੇਸ ਟਰੂ ਕਰਨਾ ਹੁੰਦਾ। ਤਾਂ ਇੱਥੇ ਜਿਹੜੀ k+1 ਦੀ 5 ਆ, ਇਹ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ ਵੀ ਇਹ ਕਿੱਦਾਂ ਸੋਲਵ ਹੋਵੇਗੀ, ਇਹ ਵਾਲਾ ਆਨਸਰ ਕਿੱਦਾਂ ਆਵੇਗਾ। ਉਸ ਤੋਂ ਪਹਿਲਾਂ 3 ਵਾਲੇ ਦਾ ਆਪਣੇ ਕੋਲੇ ਫਾਰਮੂਲਾ ਸੀ, ਮੈਂ ਪਿੱਛੇ ਵੀ ਦੱਸਿਆ ਸੀਗਾ, a+b ਪੂਰੇ ਦਾ ਕਿਊਬ ਦਾ ਫਾਰਮੂਲਾ ਹੁੰਦਾ ਆਪਣੇ ਕੋਲੇ ਇਹ ਵਾਲਾ। ਤਾਂ ਇਹ ਇੱਥੇ ਅਪਲਾਈ ਕਰਨਾਗਾ। ਓਕੇ, ਤੇ ਨੈਕਸਟ ਵਾਲਾ ਇਹਨੂੰ ਅਲੱਗ-ਅਲੱਗ ਕਰਕੇ ਲਿਖ ਦੇਣਾਗਾ। ਉਸ ਤੋਂ ਬਾਅਦ ਇਹਨੂੰ ਸੋਲਵ ਕਰੋਗੇ, ਐਗਜ਼ਾਮਪਲ ਹੋ ਜਾਏਗੀ। ਨੈਕਸਟ ਆਪਣੀ ਐਗਜ਼ਾਮਪਲ ਦੇ ਵਿੱਚ ਪ੍ਰੂਫ ਕਰਨਾਗਾ Pn ਆਪਾਂ ਪ੍ਰੂਫ ਕਰਨਾਗਾ ਵੀ Pk ਟਰੂ ਆ, Pk+1 ਟਰੂ ਆ, ਬਟ Pn ਇਜ਼ ਨੋਟ ਟਰੂ। ਮਤਲਬ ਜਦੋਂ ਆਪਾਂ n ਦੀ ਵੈਲਿਊ 1 ਪੁੱਟ ਕਰਦੇ ਹਾਂ ਉਹ ਟਰੂ ਨਹੀਂ ਹੋਣਾ ਚਾਹੀਦਾ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ Pn ਆਪਾਂ ਨੂੰ ਇਕੁਏਸ਼ਨ ਦਿੱਤੀ ਹੋਈ ਆ, k ਲਈ ਆਪਾਂ ਨੂੰ ਟਰੂ ਹੁੰਦਾਗਾ ਕੇਸ, k+1 ਦੇ ਲਈ ਕੇਸ ਟਰੂ ਕਰ ਦੇਣਾਗਾ। k+1 ਤੱਕ ਆਪਣਾ ਹੋ ਜਾਏਗਾ। ਉਦੋਂ ਬਾਅਦ ਜਦੋਂ ਤੁਸੀਂ ਇਹਦੀ ਵੈਲਿਊ 1 ਪੁੱਟ ਕਰੋਗੇ ਬੱਚੇ, 1 ਪੁੱਟ ਕਰਨ 'ਤੇ ਕੀ ਆਵੇਗਾ ਤੁਹਾਡਾ RHS ਤੇ LHS ਇਕੁਅਲ ਨਹੀਂ ਆਵੇਗਾ। ਤਾਂ n ਲਈ ਕੀ ਹੋਵੇਗਾ, ਰਿਜ਼ਲਟ ਨੋਟ ਟਰੂ, ਤੇ ਇਹੀ ਆਪਾਂ ਸ਼ੋ ਕਰਨਾ ਸੀ। ਹੁਣ ਦੇਖੋ ਜਿਹੜੀ ਮੈਂ ਤੁਹਾਨੂੰ ਕਿਹਾ ਸੀ k+1 ਦੀ 5, ਉਹਨੂੰ ਕਿੱਦਾਂ ਸੋਲਵ ਕਰਨਾਗਾ। ਉਹਦੇ ਲਈ ਤੁਹਾਨੂੰ ਆਹ ਰਿਜ਼ਲਟ ਯਾਦ ਰੱਖਣਾ ਪਊਗਾ। ਇਸ ਨੂੰ ਕੀ ਕਿਹਾ ਜਾਂਦਾਗਾ, ਬਾਇਨੋਮੀਅਲ ਥਿਊਰਮ। ਮਤਲਬ a+b ਦੀ n, ਇਹ ਤੁਹਾਨੂੰ ਯਾਦ ਰੱਖਣਾ ਪਵੇਗਾ ਵੀ ਕਿੱਦਾਂ ਖੁੱਲ੍ਹਦੀ ਆ, NC0 an b ਦੀ ਨੋਟ ਅਪ ਟੂ ਜਿੱਦਾਂ ਵੀ ਇਹ ਖੁੱਲ੍ਹੀ ਹੋਈ ਹੈ, ਇਹ ਤੁਹਾਨੂੰ ਯਾਦ ਰੱਖਣੀ ਪਵੇਗੀ। ਓਕੇ, ਇੱਥੇ ਆਪਾਂ ਨੂੰ n ਦੀ ਵੈਲਿਊ ਕੀ ਦਿੱਤੀ ਹੋਈ ਆ 5, k+1 ਦੀ 5 ਨੂੰ ਸੋਲਵ ਕਰਨਾਗਾ ਆਪਾਂ। n ਦੀ ਵੈਲਿਊ ਕੀ ਦਿੱਤੀ ਹੋਈ ਆ 5, a ਦੀ ਵੈਲਿਊ 1 ਤੇ b ਦੀ k। ਉਸੇ ਤਰ੍ਹਾਂ ਫਾਰਮੂਲੇ ਨੂੰ ਦੇਖ ਕੇ ਜਿਵੇਂ ਉੱਪਰ ਮੈਂ ਦੱਸਿਆਗਾ 1 ਇਕੁਏਸ਼ਨ ਦੇ ਵਿੱਚ ਤੁਸੀਂ ਇੱਥੇ ਪੁੱਟ ਕਰ ਦੇਣੀਆਂ ਨੇ। ਜਿੱਥੇ n ਆ ਉੱਥੇ ਵੈਲਿਊ 5 ਪੁੱਟ ਕਰ ਦੇਣੀ ਆ, ਜਿੱਥੇ a ਆ ਉੱਥੇ 1 ਤੇ ਜਿੱਥੇ b ਆ ਉੱਥੇ k ਪੁੱਟ ਕਰ ਦੇਣੀ ਆ। ਉਦੋਂ ਬਾਅਦ ਇਹਨੂੰ ਸੋਲਵ ਕਿੱਦਾਂ ਕਰਨਾਗਾ, ਜਿੱਥੇ ਤੁਹਾਡੇ ਕੋਲ ਬੱਚੇ k0 ਬਣੇਗਾ, k0 ਦੀ ਵੈਲਿਊ 1 ਪੁੱਟ ਕਰਨੀ ਆ। ਮਤਲਬ ਜਿੱਥੇ ਵੀ ਜਿਹੜੇ ਵੀ ਨੰਬਰ ਦੀ ਪਾਵਰ 0 ਆਵੇਗੀ ਉਸ ਦੀ ਵੈਲਿਊ ਕੀ ਹੁੰਦੀ ਹੈ, 1 ਹੁੰਦੀ ਹੈ। ਉਸ ਤੋਂ ਬਾਅਦ ਕੀ ਕਰਨਾ ਹੈ, ਇਹਨੂੰ ਪੁੱਟ ਕਰਨ ਤੋਂ ਬਾਅਦ ਸੋਲਵ ਕਰਨਾਗਾ। ਸੋਲਵ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਫਸਟ ਵਾਲੇ ਨੂੰ ਸੋਲਵ ਕਰੋਗੇ, k0 1, 5c0 1, 1 ਦੀ ਪਾਵਰ n 1 ਹੀ ਆਵੇਗੀ। n ਮਤਲਬ 5, 1 ਦੀ ਪਾਵਰ 5 1। ਨੈਕਸਟ ਵਾਲਾ ਜਦੋਂ ਪਾਵਰ ਸਪੁੱਟ ਕਰੋਗੇ ਆਪਣੇ ਕੋਲੇ ਇਹ ਵਾਲੀਆਂ ਟਰਮ ਆ ਜਾਣਗੀਆਂ। ਉਦੋਂ ਬਾਅਦ ਦੇਖੋ ਇਹ ਤੁਹਾਨੂੰ ਕਿੱਥੋਂ ਸੋਲਵ ਕਰਨਾਗਾ, ਜਿਹੜਾ ਆਪਣੇ ਕੋਲੇ 5 ਹੁੰਦਾਗਾ ਇਹ ਕਿੱਦਾਂ ਖੁੱਲ੍ਹਦਾਗਾ ਆਪਾਂ ਨੂੰ 5 4 3 2 1। ਇਸ ਦਾ ਮਤਲਬ ਹੁੰਦਾ ਆਪਾਂ ਇਸ ਨੂੰ ਇਸ ਟਰਮ ਦੇ ਵਿੱਚ ਖੋਲ੍ਹਣਾ ਹੁੰਦਾਗਾ। ਤਾਂ ਜਿੱਥੇ ਜਿੱਥੇ ਵੀ ਮੈਂ 5 ਲਿਖਿਆ ਹੈ ਉਸ ਨੂੰ ਤੁਸੀਂ ਇਸੇ ਤਰ੍ਹਾਂ ਬ੍ਰੇਕ ਕਰਨਾਗਾ। ਉਸ ਤੋਂ ਬਾਅਦ ਜਿੱਥੇ ਜਿੱਥੇ ਮੈਂ ਫੈਕਟੋਰੀਅਲ ਲਿਖਿਆ ਹੈ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਫੈਕਟੋਰੀਅਲ। ਇਸ ਫੈਕਟੋਰੀਅਲ ਨੂੰ ਵੀ ਤੁਸੀਂ ਉੱਦਾਂ ਹੀ ਓਪਨ ਕਰਨਾ ਹੈ ਜਿੱਦਾਂ 4 ਦਾ ਫੈਕਟੋਰੀਅਲ ਇੱਥੇ ਮੈਂ ਓਪਨ ਕੀਤਾ 4 3 2 1। ਤਾਂ ਇੱਥੇ ਸਾਰੇ ਕਿਤੇ ਫੈਕਟੋਰੀਅਲ ਓਪਨ ਕਰਨੇ ਨੇ। ਟਰਮਾਂ ਆਪਸ 'ਚ ਕੈਂਸਲ ਹੋਣ ਤੋਂ ਬਾਅਦ ਤੁਹਾਡੇ ਕੋਲੇ ਜੋ ਰਿਜ਼ਲਟ ਆਵੇਗਾ ਉਹ ਆਪਣੀ ਐਗਜ਼ਾਮਪਲ ਵਾਲਾ ਆ ਜਾਵੇਗਾ। ਬਟ ਅਗਰ ਤੁਹਾਨੂੰ ਹਜੇ ਵੀ ਕੁਝ ਨਾ ਪਤਾ ਲੱਗੇ ਤਾਂ ਤੁਸੀਂ ਮੇਰੇ ਤੋਂ ਡਾਊਟ ਲੈ ਸਕਦੇ ਹੋ। ਥੈਂਕ ਯੂ।